ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਰਬਜੀਤ ਕੌਰ ਬਰਾੜ ਹਾਜ਼ਰਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਪਰਦੇਸੀ ਪੰਜਾਬ। ਤੇ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਬਲਗੂਲਗਾ ਦੀ ਖੂਬਸੂਰਤ ਧਰਤੀ ਦੇ ਉੱਤੇ। ਬਲਗੂਲਗਾ ਜੋ ਕਿ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ। ਇੱਕ ਪਾਸੇ ਠਾਠਾਂ ਮਾਰਦਾ ਸਮੁੰਦਰ ਤੇ ਦੂਜੇ ਪਾਸੇ ਸ਼ਾਂਤ ਖੜੀਆਂ ਪਹਾੜੀਆਂ, ਤੇ ਪਹਾੜੀਆਂ ਤੇ ਸਮੁੰਦਰ ਦੇ ਵਿਚਕਾਰ ਵਸਿਆ ਹੋਇਆ ਛੋਟਾ ਜਿਹਾ ਖੂਬਸੂਰਤ ਪਿੰਡ, ਜਿਹਨੂੰ ਕਿ ਆਸਟ੍ਰੇਲੀਆ ਦਾ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਹਾਂ ਵੀ ਦੋਸਤੋ, ਆਪਾਂ ਪਹੁੰਚ ਚੁੱਕੇ ਹਾਂ ਜਗਮੀਤ ਸਿੰਘ ਜੀ ਦੇ ਘਰ, ਤੇ ਆਓ ਫਿਰ ਕਰਦੇ ਹਾਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ। ਹਾਂਜੀ, ਹੁਣ ਆਪਾਂ ਕਰਦੇ ਹਾਂ ਸਵਾਗਤ ਜਗਮੀਤ ਸਿੰਘ ਦੀ ਫੈਮਿਲੀ ਦਾ ਇੰਡੋਸ ਟੀਵੀ ਦੇ ਉੱਤੇ। ਤੇ ਆਜੋ ਫਿਰ ਕਰਦੇ ਹਾਂ ਕੁਝ ਉਹਨਾਂ ਦੇ ਦਿਲ ਦੀਆਂ ਗੱਲਾਂ ਤੇ ਸੁਣਾਉਣੇ ਆ ਕੁਝ ਆਪਣੇ ਦਿਲ ਦੀਆਂ। ਆਂਟੀ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੇ ਪਿਛੋਕੜ ਬਾਰੇ ਦੱਸੋ ਕਿ ਤੁਸੀਂ ਕਿੱਥੋਂ? ਹਾਂਜੀ ਬੇਟਾ ਜੀ, ਅਸੀਂ ਹਰਿਆਣੇ ਤੋਂ ਹਾਂ। ਹਾਂਜੀ। ਤੇ ਡਿਸਟ੍ਰਿਕਟ ਸਾਡਾ ਯਮੁਨਾਨਗਰ ਹੈ, ਤਹਿਸੀਲ ਜਗਾਧਰੀ ਹੈ। 10 ਕਿਲੋਮੀਟਰ ਦੇ ਜਗਾਧਰੀ ਤੋਂ ਸਾਡਾ ਪਿੰਡ ਹੈ ਮਿਲਕ ਸੁਖੀ। ਮਿਲਕ ਸੁਖੀ, ਹਾਂਜੀ। ਬੜਾ ਸੋਹਣਾ ਨਾਂ ਜੀ ਤੁਹਾਡੇ ਪਿੰਡ ਦਾ। ਮਿਲਕ ਸੁਖੀ ਹੈ, ਮਿੱਠਾ ਸਾਡਾ ਪਿੰਡ। ਕਿਵੇਂ ਜੀ, ਦੁੱਧ ਤਾਂ ਜ਼ਿਆਦਾ ਹੁੰਦਾ ਉੱਥੇ ਜਾਂ ਵੈਸੇ ਹੀ ਨਾਮ ਹੈ? ਹਾਂਜੀ, ਪਹਿਲਾਂ ਤਾਂ ਦੁੱਧ ਬਹੁਤ ਹੁੰਦਾ, ਬਹੁਤ ਡੈਰੀਆਂ ਸੀ ਲੋਕਾਂ ਦੀਆਂ। ਹੁਣ ਬਸ ਤੁਹਾਨੂੰ ਪਤਾ ਹੀ ਹੈ, ਪੜ੍ਹੇ ਲਿਖੇ ਬੱਚੇ ਆ ਗਏ, ਹੁਣ ਕੋਈ ਕਰਦਾ ਨਹੀਂ। ਹਾਂਜੀ, ਸਹੀ ਗੱਲ ਹੈ, ਕੋਈ ਕੰਮ ਕਰਕੇ ਨਹੀਂ ਰੱਖਦਾ ਜੀ, ਇਸ ਕਰਕੇ ਸਰਵਸਾਰੇ ਹੋ ਗਏ। ਠੀਕ ਹੈ ਜੀ। ਹਾਂਜੀ, ਚਲੋ ਫੇਰ ਵੀ ਵਧੀਆ, ਘੱਟੋ ਘੱਟ ਪਿੰਡ ਦੇ ਨਾਂ ਤੋਂ ਤਾਂ ਐਂ ਲੱਗਦਾ ਨਾ ਵੀ ਦੁੱਧ ਕਾਫੀ ਹੁੰਦਾ ਹੋਣਾ। ਤੇ ਆਂਟੀ ਜੀ, ਮੈਨੂੰ ਦੱਸੋਗੇ ਵੀ ਤੁਸੀਂ ਕੀ ਕੰਮ ਕਰਦੇ ਹੋ? ਹਾਂਜੀ ਬੇਟੇ, ਮੈਂ ਤੇ ਹਾਊਸ ਵਾਈਫ ਹੀ ਹਾਂ। ਹਾਂਜੀ। ਹਾਂਜੀ, ਤੇ ਅੰਕਲ ਕੀ ਕਰਦੇ? ਹਾਂਜੀ, ਉਹ ਵੀ ਖੇਤੀਬਾੜੀ ਕਰਦੇ ਨੇ। ਖੇਤੀਬਾੜੀ ਦਾ ਕੰਮ। ਹਾਂਜੀ। ਠੀਕ ਹੈ ਜੀ, ਉਹ ਤਾਂ ਸਭ ਤੋਂ ਵਧੀਆ ਕੰਮ ਹੈ ਨਾ। ਤੇ ਆਂਟੀ ਜੀ, ਆਪਣੇ ਥੋੜਾ ਜਿਹਾ ਮੈਨੂੰ ਬੱਚਿਆਂ ਬਾਰੇ ਦੱਸੋਗੇ? ਹਾਂਜੀ, ਮੇਰੇ ਦੋ ਬੱਚੇ ਨੇ। ਹਾਂਜੀ। ਇੱਕ ਬੇਟੀ ਹੈ ਜਿਹੜੀ ਇੱਥੇ ਆਸਟ੍ਰੇਲੀਆ ਹੈ। ਹਾਂਜੀ। ਤੇ ਬੇਟਾ ਮਿਲਕ ਸੁਖੀ ਹੈ। ਅੱਛਾ ਹਾਂਜੀ, ਉਹ ਵੀ ਖੇਤੀਬਾੜੀ ਕਰਦਾ ਹੈ। ਠੀਕ ਹੈ। ਹਾਂਜੀ। ਤੇ ਆਂਟੀ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਬੇਟੀ ਨੂੰ ਬਾਹਰ ਭੇਜਣ ਦਾ ਤੁਹਾਡਾ ਸੁਪਨਾ ਸੀ ਜਾਂ ਇਹਨੇ ਆਪੇ ਹੀ ਸੋਚਿਆ ਸੀਗਾ? ਨਹੀਂ, ਅਸੀਂ ਤਾਂ ਨਹੀਂ ਸੀ ਸੋਚਿਆ, ਅਸੀਂ ਤਾਂ ਕਿਹਾ ਸੀ ਨਜ਼ਦੀਕ ਹੀ ਰੱਖਣੀ ਆਪਣੇ ਕੋਲ ਹੀ। ਹਾਂਜੀ। ਪਰ ਜਦੋਂ ਮੈਰਿਜ ਹੋ ਗਈ ਤੇ ਫਿਰ ਆਣਾ ਹੀ ਪਿਆ ਨਾ। ਹਾਂਜੀ, ਬੱਚੇ ਖੁਸ਼ ਰਹਿਣੇ ਚਾਹੀਦੇ ਨੇ। ਹਾਂਜੀ। ਹਾਂਜੀ, ਬਹੁਤ ਖੁਸ਼ ਨੇ ਬੱਚੇ, ਸਾਡਾ ਵੀ ਬੜਾ ਦਿਲ ਖੁਸ਼ ਹੋਇਆ। ਹਾਂਜੀ। ਗਿੰਨੀ, ਜਿੱਦਾਂ ਆਂਟੀ ਨੇ ਦੱਸਿਆ ਵੀ ਇਹ ਤੁਹਾਡਾ ਸੁਪਨਾ ਸੀਗਾ ਆਸਟ੍ਰੇਲੀਆ ਆਉਣ ਦਾ, ਹਨਾ? ਇਹ ਤਾਂ ਤੁਹਾਨੂੰ ਆਪਣੇ ਕੋਲੇ ਰੱਖਣਾ ਚਾਹੁੰਦੇ ਸੀ। ਤਾਂ ਪਹਿਲਾਂ ਤਾਂ ਇਹ ਦੱਸੋ ਵੀ ਪਹਿਲਾਂ ਆਏ ਕਦੋਂ ਸੀਗੇ ਆਸਟ੍ਰੇਲੀਆ ਤੁਸੀਂ? ਮੈਂ 2012 ਵਿੱਚ ਆਈ ਸੀ ਇੱਥੇ। ਹਾਂਜੀ। ਮੈਂ ਸਪਾਊਸ ਵੀਜ਼ਾ ਤੇ ਆਈ ਸੀ, ਮੇਰੇ ਹਸਬੰਡ ਇੱਥੇ ਹੀ ਸੀਗੇ। ਠੀਕ ਹੈ। ਤੇ ਜਾਨੀ ਕਿ ਵਿਆਹ ਤੋਂ ਪਹਿਲਾਂ ਵੀ ਚਾਹੁੰਦੇ ਸੀ ਵੀ ਮੈਂ ਬਾਹਰ ਜਾਵਾਂ? ਇਹ ਜਦੋਂ ਮੈਂ ਨਰਸਿੰਗ ਕੀਤੀ ਸੀਗੀ ਇੰਡੀਆ, ਜਿੱਦਾਂ ਮੈਂ ਨਰਸਿੰਗ ਕੀਤੀ ਹੋਈ ਆ, ਹਾਂਜੀ। ਤੇ ਉਦੋਂ ਮੈਨੂੰ ਵਧੀਆ ਲੱਗਦਾ ਸੀਗਾ ਕਿ ਸ਼ਾਇਦ ਮੇਰਾ ਫਿਊਚਰ ਮੈਂ ਉੱਥੇ ਵਧੀਆ ਬਣਾਵਾਂ ਆਪਣਾ। ਤੇ ਠੀਕ ਹੈ ਜੀ। ਚਾਹੁੰਦੀ ਸੀ ਮੈਂ। ਜਗਮੀਤ ਸਿੰਘ ਜੀ, ਤੁਸੀਂ ਦੱਸੋ ਵੀ ਤੁਸੀਂ ਇੱਥੇ ਕਦੋਂ ਆਏ ਸੀ? ਮੈਂ ਜੀ 2007 ਚ ਆਇਆ ਸੀਗਾ, ਸਟੱਡੀ ਬੇਸ ਤੇ ਆਇਆ ਸੀ। ਅੱਛਾ ਜੀ, ਕਾਹਦੀ ਸਟੱਡੀ ਲੈ ਕੇ ਆਏ? ਮੈਂ ਹਾਰਟੀਕਲਚਰ ਲਿਆ ਸੀ। ਠੀਕ ਹੈ ਜੀ। ਤੇ ਆਉਣ ਦਾ ਕਾਰਨ ਕੀ ਸੀ ਵੀ ਕਿਉਂ ਤੁਸੀਂ ਆਉਣਾ ਚਾਹੁੰਦੇ ਸੀ ਆਸਟ੍ਰੇਲੀਆ? ਅਸੀਂ ਜੀ ਬਸ ਮੂਵੀਆਂ 'ਚ ਦੇਖਦੇ ਸੀਗੇ ਬਾਹਰਲੇ ਮੁਲਕ, ਤੇ ਸੋਚਿਆ ਵੀ ਇੱਕ ਵਾਰ ਜਾ ਕੇ ਦੇਖਣਾ ਆ। ਹਾਂਜੀ। ਤੇ ਉਸ ਟਾਈਮ ਵੀਜ਼ੇ ਖੁੱਲੇ ਸੀਗੇ ਆਸਟ੍ਰੇਲੀਆ ਦੇ। ਹਾਂਜੀ। ਤੇ ਆਇਲਸ ਕੀਤੀ ਪਹਿਲਾਂ ਤਾਂ। ਤੇ ਉਹ ਪਤਾ ਨਹੀਂ ਸਾਨੂੰ ਤਾਂ 2007 ਚ ਹੀ ਪਤਾ ਲੱਗਾ, ਬਟ ਉਸ ਤੋਂ ਪਹਿਲਾਂ ਵੀ ਸ਼ਾਇਦ ਆਉਂਦੇ ਸੀਗੇ, ਆਸਟ੍ਰੇਲੀਆ ਨੂੰ ਆਉਂਦੇ ਸੀ। ਹਾਂਜੀ। ਸਾਡੇ ਪਿੰਡ ਦੇ ਇੱਕ ਮੁੰਡੇ ਨੇ ਕੀਤੀ ਤਾਂ ਉਹਨਾਂ ਦੱਸਿਆ ਸਾਨੂੰ ਵੀ ਇਦਾਂ ਆਇਲਸ ਕਰਕੇ ਤੁਸੀਂ ਬਾਹਰ ਜਾ ਸਕਦੇ ਆ। ਅੱਛਾ ਜੀ। ਤਾਂ ਫਿਰ ਮੈਂ ਚੰਡੀਗੜ੍ਹ ਗਿਆ, ਉੱਥੋਂ ਆਇਲਸ ਕਰਕੇ ਤੇ ਇੱਥੇ ਆਇਆ। 2007 ਚ ਆਏ ਸੀ ਹਾਰਟੀਕਲਚਰ ਲੈ ਕੇ। ਠੀਕ ਹੈ ਜੀ। ਤੇ ਆ ਕੇ ਇੱਥੇ ਕਿਵੇਂ, ਮਤਲਬ ਕਿ ਸੌਖਾ ਸੀ ਤਰੀਕਾ ਇੱਥੇ
ਵਸਣ ਦਾ ਜਾਂ ਕੋਈ ਸੰਘਰਸ਼ ਕਰਨਾ ਪਿਆ ਤੁਹਾਨੂੰ? ਮੈਂ ਜਦੋਂ ਆਇਆ ਸੀ ਜੀ ਮੈਲਬਨ ਆਇਆ ਸੀਗਾ ਤੇ ਸਾਡੀ ਕੋਈ ਜਾਣਕਾਰੀ ਨਹੀਂ ਸੀਗੀ। ਇੱਕ ਦੋ ਮੁੰਡਾ ਜਾਣਦੇ ਸੀਗੇ, ਉਹ ਵੀ ਨਵੇਂ ਆਏ ਹੋਏ ਸੀ ਤੇ ਕੰਮ ਦਾ ਹੀ ਇੰਨੀ ਦਿੱਕਤ ਸੀਗੀ, ਘੱਟ ਤੋਂ ਘੱਟ 6 ਮਹੀਨੇ ਲੱਗ ਗਏ ਸਾਨੂੰ ਕੰਮ ਮਿਲਣ ਹਾਂਜੀ ਤੇ ਨਾ ਜਾਣਕਾਰੀ ਕਰਕੇ ਨਾ ਜ਼ਿਆਦਾ ਇੰਗਲਿਸ਼ ਆਉਂਦੀ ਸੀ। ਜਿੱਥੇ ਜਾਂਦੇ ਸੀ ਉਹ ਕਹਿੰਦੇ ਸੀ ਐਕਸਪੀਰੀਅੰਸ ਲਿਆਓ, ਤੇ ਐਕਸਪੀਰੀਅੰਸ ਕਿਸੇ ਚੀਜ਼ ਸੀਗਾ ਨਹੀਂ। ਜਿਹੜੇ ਕੰਮ ਤੇ ਪੁੱਛਣ ਜਾਣਾ ਪੁੱਛਣ ਰਿਜ਼ਿਊਮ ਬਣਾ ਲੈਣ ਆਨਲਾਈਨ, ਉਹ ਕਹਿੰਦੇ ਤੁਹਾਨੂੰ ਐਕਸਪੀਰੀਅੰਸ ਹੈਗਾ? ਅਸੀਂ ਕਹਿੰਦੇ ਨਾ ਨਹੀਂ ਹੈਗਾ। ਇੰਗਲਿਸ਼ ਆਉਂਦੀ ਹੈ? ਅਸੀਂ ਕਹਿੰਦੇ ਨਹੀਂ ਆਉਂਦੀ। ਕਹਿੰਦੇ ਜਾਓ ਇੰਗਲਿਸ਼ ਸਿੱਖੋ ਤੇ ਐਕਸਪੀਰੀਅੰਸ ਲੈ ਕੇ ਆਓ ਫਿਰ ਆਓ। ਫਿਰ ਆਸਤਾ ਆਸਤਾ ਲਾਇਸੈਂਸ ਬਣਾਇਆ, ਟੈਕਸੀ ਚਲਾਈ, ਪਾਰਟ ਟਾਈਮ ਟੈਕਸੀ ਚਲਾਈ, ਸਟੱਡੀ ਕੀਤੀ। ਏਦਾਂ ਉਸ ਟਾਈਮ ਬਹੁਤ ਔਖਾ ਸੀਗਾ। ਹੁਣ ਤਾਂ ਅੱਜ ਕੱਲ੍ਹ ਤਾਂ ਬਹੁਤ ਈਜ਼ੀ, ਹਰੇਕ ਪਿੰਡ ਤੋਂ ਹਰੇਕ ਸ਼ਹਿਰ ਤੋਂ ਮੁੰਡੇ ਨੇ, ਜਿਹੜਾ ਵੀ ਕੋਈ ਆਉਂਦਾ ਉਹਦਾ ਅੱਗੇ ਤੋਂ ਅੱਗੇ ਜਾਣਕਾਰ ਆ। ਹਾਂਜੀ ਹੁਣ ਤਾਂ ਜਿਵੇਂ ਆਪਣੇ ਉਸ ਟਾਈਮ ਤੇ ਆਏ ਹੋਏ ਬਹੁਤ ਸਾਰੇ ਮੁੰਡੇ ਕੁੜੀਆਂ ਇੱਥੇ ਹੈਗੇ ਆ ਨਾ। ਹਾਂਜੀ ਹੁਣ ਹਰੇਕ ਇਹੀ ਤੁਹਾਨੂੰ ਦੱਸ ਰਿਹਾ ਵੀ ਹਰੇਕ ਪਿੰਡ ਦੇ ਵਿੱਚੋਂ ਹੁਣ ਕੋਈ ਨਾ ਕੋਈ ਹੈਗਾ ਇੱਥੇ, ਹਰੇਕ ਸ਼ਹਿਰ ਦੇ ਵਿੱਚੋਂ ਕਿਸੇ ਵੀ ਬੰਦੇ ਨੂੰ ਤੁਸੀਂ ਪੁੱਛ ਲਓ ਉਹਦਾ ਅੱਗੇ ਨਾ ਅੱਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਵੀ ਸਿਟੀ 'ਚ ਜਾਣਕਾਰ ਹੈਗੇ ਨੇ। ਹਾਂਜੀ ਜਿਵੇਂ ਤੁਸੀਂ ਕਿਹਾ ਵੀ ਤੁਹਾਡਾ 2007 ਦੇ ਵਿੱਚ ਤਾਂ ਬਹੁਤ ਸੰਘਰਸ਼ ਕਰਨਾ ਪਿਆ, ਪਰ ਹੁਣ ਤਾਂ ਤੁਸੀਂ ਸਿਟੀਜ਼ਨ ਵੀ ਹੋ ਚੁੱਕੇ ਹੋ ਨਾ। ਤੇ ਸਾਨੂੰ ਦੱਸੋਗੇ ਕਿ ਇੱਥੇ ਪੱਕੇ ਹੋਣ ਦਾ ਤੁਹਾਡਾ ਫਿਰ ਕਿਵੇਂ ਸੰਘਰਸ਼ ਕਿਵੇਂ ਚੱਲਿਆ ਤੇ ਕਿਵੇਂ ਤੁਸੀਂ ਪੱਕੇ ਹੋਏ? ਜਿੱਦਾਂ ਜੀ ਮੈਂ ਤੁਹਾਨੂੰ ਦੱਸਿਆ 2007 ਚ ਆ ਕੇ ਮੈਂ 2009 ਤੱਕ ਸਟੱਡੀ ਕੀਤੀ ਹੈ ਹਾਰਟੀਕਲਚਰ। ਉਹਦੇ ਬਾਅਦ ਟਰਾਈ ਕਰਦੇ ਰਹੇ ਉੱਥੇ ਮੈਲਬਨ ਤੋਂ ਵੀ ਕਿਤੋਂ ਸਾਨੂੰ ਕੋਈ ਕੰਮ ਤੇ ਰੱਖ ਲਵੇ ਸਾਡੇ ਹਾਰਟੀਕਲਚਰ 'ਚ। ਉੱਥੇ ਕੋਈ ਨਾ ਮਿਲਿਆ ਤੇ ਜਦੋਂ 2012 ਚ ਵੀਜ਼ਾ ਖਤਮ ਹੋਣਾ ਸੀਗਾ ਫਿਰ ਸਾਨੂੰ ਪਤਾ ਲੱਗਿਆ ਵੀ ਇੱਥੇ ਬਲਗੁਲਗੇ 'ਚ ਐਗਰੀਕਲਚਰ ਸਾਰੇ ਕਿਤੇ ਬਲੂਬੇਰੀ ਦੇ ਫਾਰਮ ਨੇ। ਫਿਰ ਇੱਥੇ ਆਇਆ ਮੈਂ 2012 ਮਈ 'ਚ ਬਲਗੁਲਗੇ 'ਚ। ਫਿਰ ਮੈਂ ਪਤਾ ਕੀਤਾ 3-4 ਜਗ੍ਹਾ, ਫਿਰ ਜਦੋਂ ਮੈਨੂੰ ਸਪਾਂਸਰ ਲੈ ਕੇ ਫਿਰ ਪੱਕਾ ਹੋਇਆ 2015। ਅੱਛਾ ਜੀ 4 ਸਾਲ ਕੰਮ ਕੀਤਾ 447 ਵੀਜ਼ੇ। ਅੱਛਾ ਜੀ ਠੀਕ ਹੈ। ਤੇ ਫਿਰ ਜਿਵੇਂ ਜਦੋਂ 457 ਵੀਜ਼ੇ ਤੋਂ ਪੀਆਰ ਪਾਈ, ਉਹਦਾ ਕੋਈ ਸਾਨੂੰ ਰਿਕੁਆਇਰਮੈਂਟ ਦੱਸੋਗੇ ਕਿ ਕਿਵੇਂ ਬਣਦੀ ਸੀ? 2 ਸਾਲ ਤੁਹਾਨੂੰ ਕੰਮ ਕਰਨਾ ਹੈ। ਜਿੱਦਾਂ ਮੈਂ ਹਾਰਟੀਕਲਚਰ ਕੀਤਾ ਸੀਗਾ 2 ਸਾਲ ਉਸੇ ਫੀਲਡ 'ਚ ਕੰਮ ਕੀਤਾ। ਹਾਂਜੀ ਐਗਰੀਕਲਚਰ ਫਾਰਮਿੰਗ 'ਚ। ਹਾਂਜੀ 2 ਸਾਲ ਕੰਮ ਕਰਕੇ ਫਿਰ ਮੈਂ ਪੀਆਰ ਪਾਉਣ ਦੇ ਵਾਸਤੇ 5 ਬੈਂਡ ਦੀ ਰਿਕੁਆਇਰਮੈਂਟ ਸੀਗੀ ਉਸ ਟਾਈਮ। ਹੁਣ ਸ਼ਾਇਦ 6 ਕਰਤੀ ਆ ਗਵਰਨਮੈਂਟ। ਠੀਕ ਹੈ ਹਾਂਜੀ। ਤੇ 5 ਬੈਂਡ ਲੈ ਕੇ ਜਿਵੇਂ ਫਿਰ ਤੁਸੀਂ ਪੀਆਰ ਪਾਤੀ ਤੇ ਹਾਂਜੀ 2013-14 ਚ ਪਾਈ ਸੀਗੀ। ਸਾਲ ਬਾਅਦ ਆਈ ਸੀ, ਨੀਅਰਲੀ 6-7 ਮਹੀਨੇ ਬਾਅਦ। ਤੇ ਪੀਆਰ ਤੋਂ ਬਾਅਦ ਜਿਹੜੀ ਸਿਟੀਜ਼ਨਸ਼ਿਪ ਹੈ ਉਹਦਾ ਫਿਰ ਕੀ ਆਪ ਪੀਆਰ ਤੋਂ ਨਾਲ ਦੀ ਨਾਲ ਲੈ ਸਕਦੇ ਆ ਜਾਂ ਕੀ ਰਿਕੁਆਇਰਮੈਂਟ ਹੁੰਦੀ ਹੈ ਉਹਦੀ? ਉਹਦਾ ਜੀ ਇਦਾਂ 4 ਸਾਲ, ਜੇ ਤੁਸੀਂ ਆਸਟ੍ਰੇਲੀਆ 'ਚ 4 ਸਾਲ ਤੋਂ ਪੁਰਾਣੇ ਆ ਤਾਂ ਸਾਲ ਬਾਅਦ ਹੀ ਪਾ ਸਕਦੇ ਆ ਤੁਸੀਂ। ਜੇ 4 ਸਾਲ ਤੋਂ ਜ਼ਿਆਦਾ ਹੋ ਗਏ, ਸਾਨੂੰ ਤਾਂ ਮਤਲਬ 10 ਸਾਲ ਹੋ ਗਏ ਸੀਗੇ ਤੇ ਤੁਸੀਂ ਇੰਡੀਆ ਜਾ ਕੇ ਮੁੜ ਕੇ ਆਣੇ ਆ ਤੇ 9 ਮਹੀਨੇ ਇੱਥੇ ਰਹਿਣਾ ਹੁੰਦਾ ਉਸ ਤੋਂ ਉੱਪਰ ਤੇ 3 ਮਹੀਨੇ ਤੋਂ ਉੱਤੇ ਆਸਟ੍ਰੇਲੀਆ ਤੋਂ ਬਾਹਰ ਨਹੀਂ ਰਹਿਣਾ ਤੇ ਤੁਸੀਂ ਸਾਲ ਬਾਅਦ ਅਪਲਾਈ ਕਰ ਸਕਦੇ ਆ। ਠੀਕ ਹੈ ਜੀ। ਤੇ ਹੁਣ ਤਾਂ ਤੁਸੀਂ ਸਾਰੇ ਜਣੇ ਸਿਟੀਜ਼ਨ ਹੋ ਨਾ? ਹਾਂਜੀ ਠੀਕ ਹੈ। ਤੇ ਫਿਰ ਇਹ ਨੰਨੀ ਮੁੰਨੀ ਕਦੋਂ ਆਈ? ਇਹ ਜੀ 2018 ਨਵੰਬਰ ਚ। ਉੱਥੇ ਦੀ ਮੈਂ ਚਾਹ ਬਣਾ ਕੇ ਲਿਆਣੀ, ਨਾਲੇ ਬੇਬੀ ਨੂੰ ਕੁਝ ਖਿਲਾ ਪਿਲਾ ਕੇ ਲਿਆਵਾਂ, ਤੁਸੀਂ ਕਰੋ ਗੱਲਾਂ ਬਾਤਾਂ। ਓਕੇ ਆਂਟੀ ਜੀ ਪਹਿਲੀ ਵਾਰੀ ਆਏ ਹੋ ਇੱਥੇ? ਨਹੀਂ ਮੈਂ ਪਹਿਲਾਂ ਵੀ ਆਈ ਸੀ 2017 ਚ। ਠੀਕ ਹੈ ਜੀ ਹਾਂਜੀ। ਤੇ ਉਦੋਂ ਕਿੰਨਾ ਚਿਰ ਲੱਗ ਗਏ? 6 ਮਹੀਨੇ ਲਗਾ ਗਏ। ਤੇ ਆਂਟੀ ਜੀ ਜਦੋਂ ਤੁਸੀਂ ਇੰਡੀਆ ਤੋਂ ਆਸਟ੍ਰੇਲੀਆ ਆਉਣਾ ਸੀਗਾ ਨਾ, ਸਾਨੂੰ ਥੋੜਾ ਜਿਹਾ ਦੱਸੋ ਕਿ ਉਦੋਂ ਤੁਸੀਂ ਕੀ ਮਹਿਸੂਸ ਕਰਦੇ ਸੀਗੇ? ਹਾਂਜੀ ਬੱਚਿਆਂ ਕੋਲ ਆਣਾ ਸੀ, ਬੜੀ ਖੁਸ਼ੀ ਲੱਗ ਰਹੀ। ਹਾਂਜੀ ਪਰ ਥੋੜਾ ਜਿਹਾ ਘਰੋਂ ਕਦੇ ਗਏ ਨਹੀਂ, ਬੇਚੈਨੀ ਜੀ ਵੀ ਮਨ ਚ ਆਈ। ਠੀਕ ਹੈ ਬੱਚਿਆਂ ਪਿਛਲੇ ਵਾਸਤੇ। ਹਾਂਜੀ ਹਾਂਜੀ ਵੈਸੇ ਬਹੁਤ ਖੁਸ਼ੀ ਤੇ ਅੱਛਾ ਫੀਲ ਕੀਤਾ। ਹਾਂਜੀ ਤੇ ਇੱਥੇ ਆ ਕੇ ਦਿਲ ਲੱਗ ਗਿਆ ਸੀਗਾ ਵਧੀਆ? ਹਾਂਜੀ ਆਪਣੇ ਬੱਚਿਆਂ ਕੋਲੇ ਲੱਗ ਹੀ ਜਾਂਦਾ। ਹਾਂ ਤਾਂ ਗੱਲ ਹੈਗੀ ਹੈ। ਤੇ ਉਦੋਂ ਤੁਸੀਂ ਕਿੰਨੇ ਚਿਰ ਬਾਅਦ ਦੇਖਿਆ ਸੀਗਾ ਗਿੰਨੀ ਨੂੰ? ਮੈਨੂੰ ਅਸੀਂ 5 ਸਾਲਾਂ ਬਾਅਦ। 5 ਸਾਲਾਂ ਬਾਅਦ? ਠੀਕ ਹੈ ਜੀ। ਗੁਰਦੁਆਰਾ ਸਾਹਿਬ ਜਦੋਂ ਮੈਂ 2017 ਚ ਆਈ ਨਾ ਤੇ ਦੀਵਾਲੀ ਤੇ ਜਦੋਂ ਗੁਰਦੁਆਰਾ ਸਾਹਿਬ ਗਏ ਤੇ ਬੱਚੇ ਸਭ ਸਿੱਖੀ ਸਰੂਪ ਚ ਦੇਖੇ ਤੇ ਬੜਾ ਹੀ ਮਨ ਖੁਸ਼ ਹੋਇਆ। ਇਹ ਇੱਥੇ ਤੇ ਮਿਨੀ ਪੰਜਾਬ ਬਣਿਆ ਪਿਆ। ਹਾਂਜੀ ਇਹ ਤਾਂ ਹੈ। ਮੇਰੇ ਖਿਆਲ ਚ ਤਾਂ ਪੰਜਾਬ ਨਾਲੋਂ ਵੀ ਜ਼ਿਆਦਾ ਸਿੱਖੀ ਹੈਗੀ ਹੈ ਇੱਥੇ ਬਹੁਤ ਜ਼ਿਆਦਾ, ਕਿਉਂਕਿ ਪੰਜਾਬ ਚ ਤਾਂ ਹੁਣ ਘੱਟ ਪੱਗਾਂ ਵਾਲੇ ਦਿਸਦੇ, ਇੱਥੇ ਤਾਂ ਹਰ ਇੱਕ ਮੇਲਾ ਦਾ ਮੁੰਡਾ ਪੱਗ ਬੰਨ੍ਹਦਾ ਤਕਰੀਬਨ। ਦਮਾਲੇ ਬੰਨੇ ਬਹੁਤ ਸੋਹਣੇ ਲੱਗਦੇ ਨੇ। ਹਾਂਜੀ ਹਾਂਜੀ। ਤੇ ਹੋਰ ਆਸਟ੍ਰੇਲੀਆ ਦਾ ਜਿਵੇਂ ਰਹਿਣ ਸਹਿਣ ਹੈ, ਇਹਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਿਆ? ਰਹਿਣ ਸਹਿਣ ਬਹੁਤ ਵਧੀਆ ਤੇਰਾ। ਇੱਕ ਤੇ ਸਾਫ ਸਫਾਈ ਬੜੀ ਹੈ। ਹਾਂਜੀ ਇੱਕ ਜਦੋਂ ਅਸੀਂ ਵਾਕ ਕਰਨ ਜਾਂਦੇ ਆ ਤੇ ਰਸਤੇ 'ਚ ਜੋ ਵੀ ਸਾਨੂੰ ਮਿਲਦਾ ਹੈ ਉਹ ਹੈਲੋ ਹਾਈ ਕਰਕੇ ਜਾਂਦਾ ਹੈ। ਹਾਂਜੀ ਫਿਰ ਜਿਹੜੇ ਪੈਦਲ ਵਾਲਿਆਂ ਵਾਸਤੇ ਅਲੱਗ ਰਸਤਾ ਬਣਿਆ ਹੋਇਆ, ਕਾਰਾਂ ਗੱਡੀਆਂ ਵਾਸਤੇ ਅਲੱਗ ਬਣਿਆ ਹੋਇਆ। ਹਾਂਜੀ ਵੀ ਕੋਈ ਟ੍ਰੈਫਿਕ ਦਾ ਨਹੀਂ ਹੈਗਾ ਜਿਸ ਤਰ੍ਹਾਂ ਕਿ ਇੰਡੀਆ 'ਚ ਹੁੰਦਾ ਹੈ। ਹਾਂ ਜਾਨੀ ਕਿ ਸੇਫਟੀ ਬਹੁਤ ਜ਼ਿਆਦਾ। ਹਾਂਜੀ ਵੀ ਭਾਵੇਂ ਬੱਚਿਆਂ ਨੂੰ ਲੈ ਕੇ ਤੁਸੀਂ ਜਾ ਰਹੇ ਹੋ ਕੋਈ ਦਿੱਕਤ ਨਹੀਂ ਆਉਂਦੀ। ਕੋਈ ਦਿੱਕਤ ਨਹੀਂ ਆਉਂਦੀ। ਹਾਂਜੀ
ਤੇ ਆਂਟੀ ਜੀ ਜਦੋਂ ਦਿਨੇ ਘਰੇ ਹੁੰਨੇ ਹੋ ਨਾ, ਜਿਵੇਂ ਹੁਣ ਜਗਮੀਤ ਤੇ ਗਿੰਨੀ ਤਾਂ ਕੰਮ ਤੇ ਚਲੇ ਜਾਂਦੇ ਆ, ਫਿਰ ਤੁਸੀਂ ਕੀ ਕਰਦੇ ਹੋ? ਹਾਂਜੀ, ਪਹਿਲਾਂ ਬੇਟੇ ਇਹਨਾਂ ਦੇ ਖਾਣਾ ਬਣਾ ਲਈਦਾ, ਹਾਂਜੀ। ਬ੍ਰੇਕਫਾਸਟ ਬਣਾ ਕੇ ਹਾਂਜੀ ਫਿਰ ਬਸ ਬੱਚੇ ਨੂੰ ਸੰਭਾਲ ਲਈਦਾ, ਬੇਬੀ ਨੂੰ। ਹਾਂਜੀ ਫਿਰ ਬੇਬੀ ਥੋੜਾ ਦਾ ਜਿਹਾ ਨਾਮ ਤੇ ਦੱਸ ਦਿਓ ਸਾਨੂੰ। ਹਾਂਜੀ, ਦਿਲਸਾਂਝ। ਦਿਲਸਾਂਝ ਬਹੁਤ ਸੋਹਣਾ ਨਾਮ ਹੈ। ਦਿਲਸਾਂਝ ਕੋ। ਹਾਂਜੀ ਹਾਂਜੀ, ਤੇ ਫਿਰ ਬਸ ਥੋੜਾ ਜਿਹਾ ਤੇ ਲੱਗਦਾ ਵੀ ਇਕੱਲੇ ਰਹਿ ਗਏ ਆ, ਪਰ ਬੱਚੇ ਨਾਲ ਫਿਰ ਬਿਜੀ ਹੋ ਜਾਈਦਾ। ਠੀਕ ਹੈ। ਹਾਂਜੀ, ਤੇ ਸਾਰਾ ਦਿਨ ਜਿਵੇਂ ਬੱਚੇ ਦੇ ਨਾਲ ਤਾਂ ਲੱਗੇ ਰਹੋ ਨਾ, ਕੁਛ ਨਾ ਕੁਛ ਬੱਚੇ ਵੱਲ ਦੇਖ ਦੇਖ ਹੀ ਦਿਲ ਖੁਸ਼ ਹੋ ਜਾਂਦਾ ਹੈ। ਹਾਂਜੀ। ਤੇ ਬਾਕੀ ਫਿਰ ਕੋਈ ਮਤਲਬ ਕਿ ਕੁਛ ਬਣਾਉਂਦੇ ਕਰਦੇ ਹੋਵੋਗੇ, ਇਹਨਾਂ ਦੇ ਆਉਂਦਿਆਂ ਤੱਕ ਕੁਛ ਤਿਆਰ ਕਰਦੇ ਹੋਵੋਗੇ ਨਾ? ਉਹ ਸਬਜ਼ੀ ਸੁਬਜੀ ਬਣਾ ਲਓ, ਹਾਂਜੀ। ਹਾਲੇ ਤਿਆਰ ਠੀਕ ਹੈ। ਬੱਚਿਆਂ ਦੇ ਆਉਂਦਿਆਂ ਤੱਕ। ਹਾਂਜੀ, ਹਾਂ ਜਗਮੀਤ ਸਿੰਘ ਜੀ, ਜਿਵੇਂ ਮਾਤਾ ਨੇ ਦੱਸਿਆ ਵੀ ਤੁਹਾਡਾ ਸਾਰਿਆਂ ਨੇ ਹੀ ਅੰਮ੍ਰਿਤ ਛਕਿਆ ਹੋਇਆ ਹੈ, ਤੇ ਮਾਤਾ ਨੇ ਇਹ ਵੀ ਦੱਸਿਆ ਵੀ ਬਲਗੂਰਗਾ ਦੇ ਵਿੱਚ ਸਿੱਖੀ ਸਰੂਪ 'ਚ ਬਹੁਤ ਸਾਰੇ ਲੋਕ ਹੈਗੇ ਆ ਨਾ, ਤੇ ਤੁਸੀਂ ਅੰਮ੍ਰਿਤ ਫਿਰ ਬਲਗੂਰਗੇ ਆ ਕੇ ਛਕਿਆ ਸੀ ਜਾਂ ਪਹਿਲਾਂ ਦਾ ਛਕਿਆ ਹੋਇਆ ਸੀ? ਨਹੀਂ ਜੀ, ਮੈਂ ਗੁਰਗੁਰੂ ਆ ਕੇ ਛਕਿਆ ਅੰਮ੍ਰਿਤ। ਹਾਂਜੀ ਪਹਿਲਾਂ ਮੈਂ ਖਾਂਦਾ ਪੀਂਦਾ ਸੀ, ਜਦੋਂ ਗੁਰਗੁਰੂ ਆ ਇੱਥੇ ਗੁਰੂ ਘਰ ਜਾਂਦੇ ਸੀਗੇ ਰੋਜ਼ ਹੀ। ਹਾਂਜੀ ਬਸ ਸੰਗਤ ਵਾਸ ਰਿਹਾ ਜੀ, ਇੱਥੇ ਵੀ ਸਾਰੇ ਅੰਮ੍ਰਿਤਧਾਰੀ ਸੀਗੇ ਸਿੰਘ ਜ਼ਿਆਦਾ। ਹਾਂਜੀ ਤੇ 2013 ਚ ਫਿਰ ਮੈਂ ਅੰਮ੍ਰਿਤ ਛਕਿਆ ਇੱਥੇ ਆ ਕੇ, ਸਾਲ ਬਾਅਦ। ਠੀਕ ਹੈ ਜੀ, ਦੋਨਾਂ ਨੇ ਤੁਸੀਂ ਤੇ ਗਿੰਨੀ ਦੋਨਾਂ ਨੇ ਹਾਂਜੀ, ਇਕੱਠਾ? ਅਸੀਂ ਸਿਡਨੀ ਤੋਂ ਛਕ ਕੇ ਆਏ ਸੀ। ਅੱਛਾ ਜੀ, ਹਾਂਜੀ ਵਧੀਆ, ਬਹੁਤ ਬਹੁਤ ਤੁਹਾਨੂੰ ਮੈਂ ਤਾਂ ਕਹੂੰਗੀ ਕਿ ਕੰਗ੍ਰੈਚੁਲੇਸ਼ਨਸ, ਹਨਾ, ਵਧਾਈਆਂ ਸਾਨੂੰ ਅੰਮ੍ਰਿਤਧਾਰੀ ਹੋਣ ਦੀਆਂ, ਚੰਗੇ ਪਾਸੇ ਲੱਗੇ ਹੋਏ ਹੋ ਤੁਸੀਂ। ਹਾਂਜੀ ਹਾਂਜੀ। ਤੇ ਹੁਣ ਮੈਂ ਇਹ ਪੁੱਛੂੰਗੀ ਵੀ ਤੁਸੀਂ ਹੁਣ ਕੰਮ ਕੀ ਕਰਦੇ ਹੋ? ਅਸੀਂ ਜੀ ਖੀਰਿਆਂ ਦਾ ਫਾਰਮਿੰਗ ਕਰਦੇ ਹਾਂ, ਹੋਟ ਹਾਊਸ ਲਾਏ ਹੋਏ ਨੇ, ਪੋਲੀ ਹਾਊਸ ਲੀਜ਼ ਤੇ ਲੈ ਕੇ। ਅੱਛਾ, ਆਪਣੇ ਲੀਜ਼ ਤੇ ਲੈ ਕੇ? ਹਾਂਜੀ। ਯਾਨੀ ਕਿ ਆਪਣੇ ਬਿਜ਼ਨਸ ਤੁਸੀਂ ਕਰ ਰਹੇ ਹੋ? ਹਾਂਜੀ। ਤੇ ਗਿੰਨੀ ਤੂੰ ਹੁਣ ਕੀ ਕਰਦੇ ਆ? ਮੈਂ ਜਿੱਦਾਂ ਪਹਿਲਾਂ ਤਾਂ ਮੈਂ ਘਰੇ ਹੀ ਸੀਗੀ, ਹਾਂ। ਬਟ ਹੁਣ ਮੰਮੀ ਆਏ ਹੋਏ ਆ ਤੇ ਮੈਂ ਜਿੱਦਾਂ ਆਪਣੀ ਸਟੱਡੀ ਅੱਗੇ ਵਧਾਉਣਾ ਚਾਹੁੰਦੀ ਹਾਂ। ਨਰਸਿੰਗ ਕੀਤੀ ਸੀ ਹਾਂਜੀ। ਤੇ ਹੁਣ ਮੈਂ ਫਰਦਰ ਉਹਦੇ ਰਿਲੇਟਡ ਕੋਰਸ ਲੱਗੀ ਹੈ ਕਰਨ ਟੀਚਿੰਗ। ਅੱਛਾ ਜੀ, ਤਾਂ ਕਿ ਫਿਰ ਉਸੇ ਆਪਦੇ ਜਿਹੜਾ ਫੀਲਡ ਦੇ ਵਿੱਚ ਤੁਸੀਂ ਜੌਬ ਕਰ ਸਕੋ, ਹਨਾ? ਹਾਂਜੀ, ਮੈਂ ਅੱਗੇ ਆਪਣਾ ਫਿਊਚਰ ਨਰਸਿੰਗ ਵਿੱਚ ਬਣਾਉਣਾ ਚਾਹੁੰਦੀ ਹਾਂ। ਤੇ ਜਗਮੀਤ ਸਿੰਘ ਜੀ, ਤੁਸੀਂ ਕੀ ਕਰਦੇ ਹੋ? ਅਸੀਂ ਜੀ ਕਿਊਕੰਬਰ ਫਾਰਮਿੰਗ ਕਰਦੇ ਹਾਂ, ਖੀਰਿਆਂ ਦੀ ਖੇਤੀ ਕਰ ਰਹੇ ਹਾਂ ਇੱਥੇ, ਹਾਂਜੀ। ਆਪਦੇ ਲੀਜ਼ ਤੇ ਲੈ ਕੇ ਲਾਏ ਹੋਏ ਨੇ। ਯਾਨੀ ਕਿ ਆਪਣਾ ਬਿਜ਼ਨਸ ਕਰ ਰਹੇ ਹੋ ਫਿਰ ਤਾਂ ਫਾਰਮਿੰਗ ਦਾ? ਹਾਂਜੀ ਹਾਂਜੀ। ਤਾਂ ਫਾਰਮਿੰਗ ਬਾਰੇ ਕਿਉਂ ਸੋਚਿਆ? ਫਾਰਮਿੰਗ ਜੀ, ਇੰਡੀਆ ਤੋਂ ਖੇਤੀਬਾੜੀ ਕਰਦੇ ਸੀਗੇ ਤੇ ਕੋਰਸ ਵੀ ਮੈਂ ਹਾਰਟੀਕਲਚਰ ਕੀਤਾ, 4 ਸਾਲ ਬੇਰੀਆਂ 'ਚ ਕੰਮ ਕੀਤਾ ਇੱਥੇ। ਫਿਰ ਸੋਚਿਆ ਵੀ ਇੱਥੇ ਲਾ ਕੇ ਦੇ ਲੈਂਦੇ ਹਾਂ ਸਾਲ, ਤੇ ਇਸ ਕਰਕੇ ਹੁਣ ਸ਼ੁਰੂ ਕੀਤਾ ਲੀਜ਼ ਤੇ ਲੈ ਕੇ। ਤੇ ਕਿਦਾਂ ਵਧੀਆ ਚੱਲਦਾ ਕੰਮ? ਹਾਂਜੀ, ਕੰਮ ਆਪਦਾ ਤਾਂ ਜੀ ਵਧੀਆ ਹੀ ਹੈ, ਜਿੱਦਾਂ ਸ਼ਹਿਰ 'ਚ ਆਪਣਾ ਸਿਟੀ 'ਚ ਕਰਦੇ ਨੇ ਬੰਦੇ ਕੰਮ ਤਾਂ ਜੀ ਉੱਥੇ ਜਾ ਕੇ ਵੀ ਕਰਨਾ ਹੀ ਹੈ। ਆਪਦਾ ਕੰਮ ਫਿਰ ਜਿੱਥੇ ਮਰਜ਼ੀ ਕਰ ਲਓ, ਜਿੱਥੇ ਮਰਜ਼ੀ ਕਰ ਲਓ। ਤੇ ਮੈਂ ਸੋਚਦੀ ਹਾਂ ਵੀ ਜਿਵੇਂ ਤੁਸੀਂ ਕਹਿੰਦੇ ਵੀ ਖੀਰਿਆਂ ਦੀ ਤੁਸੀਂ ਫਾਰਮਿੰਗ ਕਰਦੇ ਹੋ, ਤੇ ਆਪਾਂ ਤੁਹਾਡੇ ਫਾਰਮ ਤੇ ਜਾ ਕੇ ਗੱਲਾਂ ਕਰੀਏ, ਅਗਲੀਆਂ ਸਾਨੂੰ ਦਿਖਾ ਵੀ ਦਿਓ ਵੀ ਖੀਰੇ ਕਿੱਦਾਂ ਹੁੰਦੇ ਆ, ਕਿਵੇਂ ਖੇਤੀ ਕੀਤੀ ਜਾਂਦੀ ਹੈ ਉਹਨਾਂ ਦੀ? ਜ਼ਰੂਰ ਜੀ, ਤੁਹਾਨੂੰ ਦਿਖਾ ਦਿੰਦੇ ਹਾਂ ਫਾਰਮ ਤੇ। ਚਲੋ ਠੀਕ ਹੈ ਜੀ ਫਿਰ। ਆਪਾਂ ਪਹੁੰਚ ਚੁੱਕੇ ਜਗਮੀਤ ਸਿੰਘ ਜੀ ਦੇ ਖੇਤ 'ਚ, ਤੇ ਆਜੋ ਫਿਰ ਕਰਦੇ ਹਾਂ ਗੱਲਾਂ ਬਾਤਾਂ ਫਾਰਮ ਬਾਰੇ। ਜਗਮੀਤ ਜੀ, ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਆਹ ਛੱਪੜ ਜਗ੍ਹਾ ਦੇ ਵਾਸਤੇ ਬਣਾਇਆ? ਇਹ ਜੀ ਡੈਮ ਆ, ਆਪਣਾ ਪਾਣੀ ਸਟੋਰ ਕਰਨ ਵਾਸਤੇ, ਜਿਹੜਾ ਰੇਨ ਵਾਟਰ ਯੂਜ਼ ਕਰਦੇ ਹਾਂ ਅਸੀਂ ਇੱਥੇ। ਇੰਡੀਆ ਵਾਂਗ ਬੋਰ ਇੱਥੇ ਅਲਾਉ ਤਾਂ ਹੈਗੇ ਨੇ, ਪਰ ਉਹਨਾਂ ਦੀ ਜਿਹੜੀ ਪਾਣੀ ਦੀ ਵਰਤੋਂ ਕਰਦੇ ਆ ਉਹ ਬਹੁਤ ਲਿਮਟਿਡ ਆ ਇੱਥੇ, ਇਸ ਕਰਕੇ ਸਾਨੂੰ ਰੇਨ ਵਾਟਰ ਯੂਜ਼ ਕਰਨਾ ਪੈਂਦਾ ਆ। ਤੇ ਇਹ ਰੇਨ ਵਾਟਰ ਸਾਰਾ ਜਿੰਨਾ ਫਾਰਮ ਦਾ ਆਉਂਦਾ ਆ ਸਾਰਾ ਇੱਥੇ ਇਕੱਠਾ ਕਰਦੇ ਆ। ਠੀਕ ਹੈ, ਇੱਥੋਂ ਇਕੱਠਾ ਕਰਕੇ ਫਿਰ ਜਿਹੜੀ ਵੀ ਫਸਲ ਬੀਜਣੀ ਹੈ ਉਹਨੂੰ ਪਾਣੀ ਨਹੀਂ ਲੱਗਦਾ ਇਹਦੇ ਨਾਲ, ਨਾ? ਹਾਂਜੀ, ਅਸੀਂ ਮੋਸਟਲੀ ਖੀਰਿਆਂ ਦੀ ਖੇਤੀ ਕਰਦੇ ਹਾਂ ਇੱਥੇ, ਤੇ 11,000 ਪਲਾਂਟ ਲੱਗਦਾ ਇੱਥੇ। ਚਲੋ ਆ ਜਾਓ ਫਿਰ ਤੁਹਾਨੂੰ ਮੈਂ ਦਿਖਾਵਾਂ ਖੀਰੇ ਆਪਾਂ ਕਿੱਦਾਂ ਲਗਾਉਂਦੇ ਆ। ਜਿਹੜੇ ਇਹ ਖੀਰੇ ਕਿੰਨਾ ਕੁ ਚਿਰ ਹੋ ਗਿਆ ਲੱਗਿਆ ਨੂੰ? ਇਹਨਾਂ ਨੂੰ ਜੀ 2 ਮਹੀਨੇ ਹੋ ਗਏ ਲਾਇਆ ਨੂੰ।
ਤੇ ਵੈਸੇ ਫਸਲ ਕਿੰਨੇ ਚਿਰ ਦੀ ਹੁੰਦੀ ਹੈ? ਇਹ ਫਸਲ 3 ਮਹੀਨੇ ਦੀ ਹੈ ਗਰਮੀਆਂ ਦੇ ਵਿੱਚ, ਤੇ ਸਰਦੀਆਂ 'ਚ ਅਸੀਂ 4 ਮਹੀਨੇ ਤੱਕ 4.5 ਮਹੀਨੇ ਤੱਕ ਲੈ ਜਾਂਦੇ ਨੇ ਕਈ ਬੰਦੇ, ਠੀਕ ਹੈ ਪਰ ਵੈਸੇ ਮੋਸਟਲੀ 3 ਮਹੀਨੇ ਦੀ ਫਸਲ ਆ। ਹਾਂਜੀ। ਅੱਜ ਫਿਰ ਕਾਹਦਾ ਕੰਮ ਚੱਲ ਰਿਹਾ ਇੱਥੇ? ਅੱਜ ਅਸੀਂ ਵੇਲਾਂ ਬੰਨਣ ਦਾ ਕੰਮ ਕਰ ਰਹੇ ਹਾਂ ਜੀ। ਆ ਦੇਖੋ ਹੁਣ ਜਿੱਦਾਂ ਇਹ ਆਪਣਾ ਨੂੰ ਇੱਕ ਦਿਨ ਛੱਡ ਕੇ ਵੇਲਾਂ ਬੰਨ੍ਹਣੀਆਂ ਪੈਂਦੀਆਂ ਨੇ, ਡਿੱਗੀ ਗਈਆਂ ਦੇਖੋ। ਹਾਂ। ਤੇ ਅਸੀਂ ਕੱਲ ਬੰਨ੍ਹਨੀਆਂ ਸੀ, ਕੱਲ ਕੜੀ ਫੈਸਟ ਕਰਕੇ ਬੰਨ੍ਹੀਆਂ ਨਹੀਂ ਗਈਆਂ, ਓਕੇ। ਇਸ ਕਰਕੇ ਥੋੜਾ ਜਿਹਾ ਕੰਮ ਵੱਧ ਗਿਆ ਹੁਣ। ਹਾਂਜੀ। ਆ ਦੇਖੋ ਇਦਾਂ ਇਹਨਾਂ ਨੂੰ ਕਹਿੰਦੇ ਪ੍ਰੂਨਿੰਗ, ਜਿਹੜੀ ਐਕਸਟਰਾ ਗਰੋਥ ਆ ਤੋੜ ਕੇ ਤਾਂ ਇਦਾਂ ਬੰਨ ਦੇਣੀ ਆ। ਅੱਛਾ, ਤੇ ਆ ਵੀ ਚੀਜ਼ ਹੈ ਜਿਹੜੀ ਇਹ ਤੋੜ ਦੇਣੀ ਹੈ ਨਾਲੋਂ ਇਹ ਐਕਸਟਰਾ ਹੈ ਨਾ? ਐਕਸਟਰਾ ਆ ਵੀ ਬੇਲ ਆ, ਹੁਣ ਇਹ ਬੇਲਾਂ ਬਣ ਜਾਂਦੀਆਂ, ਹੋਰ ਬੇਲਾਂ ਤੋਂ ਬੇਲਾਂ ਇਹ ਤੋੜ ਦੇਣੀਆਂ। ਥੱਲੇ ਖੀਰੇ ਲੱਗੇ ਹੋਏ ਨੇ ਜੀ। ਹਾਂ। ਵਾਓ। ਤੇ ਇਹ ਵਾਲੇ ਖੀਰੇ ਫਿਰ ਤੋੜਨ ਵਾਲੇ ਆ ਹੁਣ? ਹਾਂਜੀ, ਇਹ ਖੀਰੇ ਤੋੜਨ ਵਾਲੇ ਨੇ ਜੀ। ਇੱਕ ਅੱਜ ਤੋੜਨੇ ਸੀ, ਹੁਣ ਕੱਲ ਨੂੰ ਤੋੜੂਗੇ। ਠੀਕ। ਆਪ ਦਾ ਕੰਮ ਆ ਜੀ, ਜਦੋਂ ਮਰਜ਼ੀ ਕਰ ਲਓ। ਇਹ ਸਾਰਿਆਂ ਤੋਂ ਵਧੀਆ ਮੌਜ ਆ ਨਾ ਆਪਦੇ ਕੰਮ ਦੀ। ਜਦੋਂ ਮਰਜ਼ੀ ਤੋੜ ਲਓ ਤੇ ਜਦੋਂ ਮਰਜ਼ੀ ਛੁੱਟੀ ਕਰ ਲਓ। ਸਹੀ ਗੱਲ ਹੈ। ਤੇ ਇੱਕ ਜਿਹੜਾ ਤੁਸੀਂ ਉਹ ਕਰੀ ਫੈਸਟ ਦਾ ਦੱਸਿਆ ਵੀ ਕੱਲ ਸੀਗਾ, ਉਹ ਕੀ ਚੀਜ਼ ਹੈ? ਉਹ ਜੀ ਇੱਥੇ ਆਪਣੇ ਪੰਜਾਬੀਆਂ ਦੇ ਹੋਣ ਕਰਕੇ ਰੱਖਿਆ ਗਿਆ ਹੈ ਕਰੀ ਫੈਸਟ। ਉਹ ਆਏ ਸਾਲ ਹੁੰਦਾ ਆ, ਠੀਕ ਤੇ ਉਹਦੇ ਵਿੱਚ ਆਪਣੇ ਜਿਹੜੇ ਪੰਜਾਬੀ ਕਲਚਰ ਤੋਂ ਰਿਲੇਟਡ ਨੇ ਉਹ ਐਕਟੀਵਿਟੀਜ਼ ਹੁੰਦੀਆਂ ਨੇ। ਭੰਗੜਾ ਹੁੰਦਾ ਆ, ਤੇ ਜਿੱਦਾਂ ਟਰਬਨ ਡੇ ਬਣਾਇਆ ਜਾਂਦਾ ਆ। ਬਾਕੀ ਗੋਰੇ ਵੀ ਆਪਣੇ ਸਟਾਲਾਂ ਲਾਉਂਦੇ ਨੇ, ਤੇ ਆਪਣੇ ਪੰਜਾਬੀ ਖਾਣ ਪੀਣ ਦੀਆਂ ਸਟਾਲਾਂ ਲਾਉਂਦੇ ਨੇ ਉੱਥੇ। ਇੰਡੀਅਨ ਰੈਸਟੋਰੈਂਟ ਜਿੰਨੇ ਨੇ ਉਹ ਸਾਰੇ ਆਪਣੇ ਆਪਣੇ ਲਾਉਂਦੇ ਨੇ ਸਟਾਲਾਂ। ਠੀਕ ਹੈ, ਜਾਨੀ ਕਿ ਪੰਜਾਬੀ ਸੱਭਿਆਚਾਰ ਨੂੰ ਮਨਾਉਣ ਦਾ ਇੱਕ ਤਿਉਹਾਰ ਕਹਿ ਸਕਦੇ ਹੋ ਤੁਸੀਂ ਵੀ। ਹਾਂਜੀ, ਕਰੀ ਫੈਸਟ ਤੇ ਜਿੱਦਾਂ ਗੋਰਿਆਂ 'ਚ ਮਸ਼ਹੂਰ ਆ ਵੀ ਪੰਜਾਬੀਆਂ ਦਾ ਕੋਈ ਡੇ ਆ। ਠੀਕ ਹੈ ਜੀ, ਬਹੁਤ ਵਧੀਆ ਚੀਜ਼ ਹੈ ਫਿਰ ਤਾਂ ਇਹ ਹੈ। ਪੂਰਾ ਤੁਸੀਂ ਆਪਣੇ ਕਲਚਰ ਨੂੰ ਵੀ ਸਾਂਭ ਕੇ ਰੱਖਿਆ ਹੋਇਆ ਖੇਤਾਂ ਦੇ ਨਾਲ ਨਾਲ। ਹਾਂਜੀ, ਇੱਥੇ ਆਪਣੇ ਖਾਸ ਕਰਕੇ ਬਲਗੁਲਗੇ 'ਚ ਤੁਸੀਂ ਜੇ ਰਹਿੰਦੇ ਆ ਤਾਂ ਤੁਹਾਨੂੰ ਇਦਾਂ ਲੱਗਦਾ ਤੁਸੀਂ ਪੰਜਾਬ 'ਚ ਹੀ ਰਹਿ ਰਹੇ ਆ। ਪਿੰਡਾਂ ਵਾਲਾ ਮਾਹੌਲ ਆ ਜੀ, ਸਾਰੇ ਇੱਕ ਦੂਜੇ ਨੂੰ ਜਾਣਦੇ ਨੇ। ਜਿੱਦਾਂ ਇੰਡੀਆ ਪਿੰਡ 'ਚ ਸਾਰੇ ਇੱਕ ਦੂਸਰੇ ਨੂੰ ਜਾਣਦੇ ਨੇ, ਉੱਦਾਂ ਅਸੀਂ ਇੱਕ ਦੂਜੇ ਨੂੰ ਸਾਰੇ ਜਾਣਦੇ ਨੇ ਬਾਏ ਨੇਮ। ਹਾਂਜੀ, ਤੇ ਜਿਹੜੀ ਖੀਰੇ ਦੀ ਪਲਾਂਟਿੰਗ ਕਿਵੇਂ ਹੁੰਦੀ ਹੈ, ਸਾਨੂੰ ਥੋੜਾ ਜਿਹਾ ਉਹਦੇ ਬਾਰੇ ਦੱਸੋ। ਪਲਾਂਟਿੰਗ ਜੀ ਸੀਡ ਮਿਲਦੇ ਨੇ। ਹਾਂਜੀ। ਜਿੱਦਾਂ ਪੈਕਿੰਗ ਹੁੰਦੀ ਹੈ 500 ਸੀਡ ਹੁੰਦਾ ਉਹਦੇ ਵਿੱਚ। ਹਾਂਜੀ। ਤੇ ਉਹਦੇ ਵੀ ਡਿਫਰੈਂਟ ਵੈਰਾਈਟੀ ਆ, ਵੀ ਗਰਮੀ ਵਾਲੇ ਅਲੱਗ, ਸਰਦੀਆਂ ਵਾਲੇ ਅਲੱਗ। ਇੱਥੇ ਨੋਰਕੋ ਹੈ, ਜਿੱਦਾਂ ਆਪਣੇ ਪੰਜਾਬ 'ਚ ਮੰਡੀ ਹੁੰਦੀ ਹੈ, ਉੱਥੇ ਅਸੀਂ ਖੀਰੇ ਛੱਡ ਕੇ ਆਉਂਦੇ ਆ, ਤੇ ਉਹ ਫਿਰ ਅੱਗੇ ਭੇਜਦੇ ਨੇ। ਉਹਨਾਂ ਕੋਲੋਂ ਅਸੀਂ ਸੀਡ ਲੈਂਦੇ ਆ, ਲਿਫਾਫੇ ਲੈਂਦੇ ਆ ਜਿਨ੍ਹਾਂ ਦੇ ਵਿੱਚ ਆਪਣੇ ਆ ਲੱਗਦੇ ਨੇ। ਠੀਕ ਹੈ, ਉਹ ਸਾਨੂੰ ਦਿਖਾਇਓ ਮਾੜੇ ਜੀ। ਆਹ ਜੀ ਦੇਖੋ ਖੀਰੇ ਜਿਹੜੇ ਵਿੱਚ ਲੱਗਦੇ ਨੇ, ਸੋ ਡਸਟ ਕਹਿੰਦੇ ਨੇ ਇੱਥੇ, ਇੰਗਲਿਸ਼ ਸੋ ਡਸਟ ਕਹਿੰਦੇ ਨੇ ਆਪਾਂ, ਪਰ ਪੰਜਾਬੀ 'ਚ ਆਪਾਂ ਕਹਿੰਦੇ ਨੇ ਬੂਰਾ। ਹਾਂ, ਐਂ ਲੱਗਦਾ ਜਿਵੇਂ ਲੱਕੜ ਦਾ ਬੂਰਾ ਹੈ। ਹਾਂਜੀ, ਇਹ ਲੱਕੜ ਦਾ ਬਰਾਦਾ ਜੀ, ਸਫੇਦੇ ਦੀ ਲੱਕੜ ਦਾ। ਇਹਦੇ ਵਿੱਚ ਕੀ ਆ, ਪਾਣੀ ਦੇ ਨਾਲ ਨਾਲ ਖਾਦ ਚੱਲਣਾ। ਠੀਕ ਹੈ ਜੀ। ਇਹ ਕੋਈ ਇਹਦੇ ਵਿੱਚ ਜਿੱਦਾਂ ਆਪਣੇ ਮਿੱਟੀ 'ਚ ਹੁੰਦੀ ਆ ਉਪਜਾਊ ਸ਼ਕਤੀ ਕੋਈ ਨਹੀਂ ਹੈਗੀ। ਆਪਾਂ ਖਾਦ ਚੱਲਦੀ ਹੈ ਨਾਲ। ਆ ਦੇਖੋ ਡ੍ਰਿਪ ਸਿਸਟਮ ਲੱਗਾ ਹੋਇਆ, ਇਹ ਦੇਖੋ ਇਹਦੇ ਵਿੱਚ ਪਾਣੀ ਚੱਲਦਾ, ਪਾਣੀ ਦੇ ਨਾਲ ਹੀ ਖਾਦ ਚੱਲਦੀ ਹੈ। ਠੀਕ ਹੈ ਜੀ। ਤੇ ਅੱਧੇ ਘੰਟੇ ਬਾਅਦ ਪਾਣੀ ਹੁੰਦਾ ਹੁਣ, ਤੇ ਗਰਮੀਆਂ 'ਚ, ਜਦ ਕਿ ਸਰਦੀਆਂ 'ਚ ਘੰਟੇ ਬਾਅਦ ਹੁੰਦਾ, ਤੇ 2 ਮਿੰਟ ਪਾਣੀ ਚੱਲਣਾ ਇਹਦੇ ਵਿੱਚ। ਤੇ ਕਿੰਨੇ ਚਿਰ ਬਾਅਦ ਪਾਉਣੇ ਇਹ ਖਾਦ? ਪਾਣੀ ਜਾਂ ਖਾਦ ਜੋ ਵੀ ਕਿੰਨੇ ਚਿਰ ਬਾਅਦ? ਹੁਣ ਅੱਧੇ ਘੰਟੇ ਬਾਅਦ ਚੱਲਦੀ ਆ ਇਸ ਟਾਈਮ। ਠੀਕ ਹੈ ਗਰਮੀਆਂ 'ਚ, ਤੇ ਸਰਦੀਆਂ 'ਚ ਘੰਟੇ ਬਾਅਦ ਆ। ਠੀਕ ਹੈ। ਤੇ ਖਾਦ ਵੀ ਨਾਲ ਹੀ ਚੱਲਦੀ ਆ। ਤੇ ਸਾਡੇ ਕੋਲ ਇੱਕ ਈਸੀ ਮੀਟਰ ਆ ਜਿਹਦੇ ਨਾਲ ਅਸੀਂ ਚੈੱਕ ਕਰਦੇ ਹਾਂ ਖਾਦ ਕਿੰਨੀ ਚੱਲ ਰਹੀ ਹੈ। ਜੇ ਜ਼ਿਆਦਾ ਖਾਦ ਹੋ ਜਾਂਦੀ ਹੈ ਤਾਂ ਵੀ ਨੁਕਸਾਨ ਹੈ, ਜੇ ਘੱਟ ਆ ਤਾਂ ਵੀ ਨੁਕਸਾਨ ਹੈ। ਤੇ ਆ ਜਾਓ ਤੁਹਾਨੂੰ ਇਹ ਦਿਖਾਣਾ, ਇੱਧਰ ਦੇਖੋ ਜਿੱਦਾਂ ਆਪਾਂ ਸਪਰੇਅ ਪਾਉਂਦੇ ਆ, ਜੇ ਧੁੱਪ ਹੋਵੇ ਜ਼ਿਆਦਾ ਤੇ ਜਾਂ ਕਿਤੇ ਜ਼ਿਆਦਾ ਪੈ ਜਾਵੇ, ਆ ਦੇਖੋ ਇਦਾਂ ਨੁਕਸਾਨ ਹੋ ਜਾਂਦਾ ਆ। ਤੇ ਹੁਣ ਇਹ ਦੇਖੋ ਇਹ ਡਿੱਗੀਆਂ ਹੋਈਆਂ ਨੇ, ਬੇਲਾਂ ਬੰਨਣੀਆਂ ਨੇ। ਸਾਨੂੰ ਪਤਾ ਲੱਗ ਜਾਂਦਾ, ਦੇਖੋ ਹੁਣ ਸੁੰਡੀ ਲੱਗੀ ਹੋਈ ਹੈ, ਸੁੰਡੀ ਨੇ ਖਾਧਾ ਹੋਇਆ, ਤੇ ਫਿਰ ਅਸੀਂ ਸਪਰੇਅ ਕਰ ਦਿੰਦੇ ਹਾਂ। ਜਦੋਂ ਸਾਨੂੰ ਲੱਗਦਾ ਵੀ ਸੁੰਡੀ ਦੀ ਸਪਰੇਅ ਕਰਨ ਵਾਲੀ ਹੈ, ਤੋੜ ਕੇ ਜਿੱਦਾਂ ਕੱਲ ਤੋੜਨ ਤੋਂ ਬਾਅਦ ਆਪਾਂ ਸਪਰੇਅ ਕਰ ਦੇਣੀ ਇਹਦੇ ਵਿੱਚ। ਹਾਂਜੀ, ਹੁਣ ਤੁਹਾਨੂੰ ਦਿਖਾਉਣੇ ਆ ਕਿ ਖੀਰੇ ਦੀ ਪਿਕਿੰਗ ਕਿਵੇਂ ਕੀਤੀ ਜਾਂਦੀ ਹੈ, ਤੋੜੇ ਕਿਵੇਂ ਜਾਂਦੇ ਆ। ਬਣਾਈ ਹੋਈ ਹੈ ਸਪੈਸ਼ਲ ਤੋੜਨ ਵਾਸਤੇ, ਤੇ ਇਹਦੇ ਵਿੱਚ ਆਪਾਂ ਟਰੇ ਦੇ ਵਿੱਚ ਰੱਖੀ ਜਾਣੇ ਤੋੜ ਕੇ। ਸਾਈਜ਼ ਦੇਖ ਲੈਣਾ ਵੀ ਕਿਹੜਾ ਤੋੜਨਾ ਆ। ਸਾਨੂੰ ਹੁਣ ਪਤਾ ਹੀ ਆ ਵੀ ਨੋਰਮਲ ਆਹ ਸਾਈਜ਼ ਆ ਤੋੜਨ ਵਾਲਾ, ਇਹ ਤੋੜੀ ਜਾਣਾ ਹੈ। ਕਈ ਲੋਕ ਕੈਂਚੀ ਨਾਲ ਕੱਟਦੇ ਹੁੰਦੇ ਨੇ, ਅਸੀਂ ਹੱਥ ਨਾਲ ਹੀ ਕੱਟੀ ਜਾਂਦੇ ਹਾਂ। ਇੱਦਾਂ ਡੰਡੀ ਰੱਖਣੀ ਆ, ਇੰਨੀ ਕੁ ਡੰਡੀ ਰੱਖ ਲੈਂਦੇ ਆ। ਆਪਣੇ ਅਲੱਗ-ਅਲੱਗ ਰਿਕੁਆਇਰਮੈਂਟ ਹੈ, ਕਈ ਬੰਦੇ ਮਾਰਕੀਟ ਵਾਲੇ ਮੰਗਦੇ ਆ ਡੰਡੀ, ਕਈ ਨਹੀਂ ਮੰਗਦੇ। ਇੱਦਾਂ ਫੁੱਲ ਝਾੜ ਦੇਣਾ ਆ। ਅੱਜ ਤਾਂ ਜੀ ਮੌਸਮ ਠੰਡਾ ਆ, ਨਹੀਂ ਤੇ ਗਰਮੀ 'ਚ ਜਦੋਂ ਗਰਮੀ ਹੁੰਦੀ ਹੈ ਬਾਹਰ 35 ਡਿਗਰੀ 30 ਡਿਗਰੀ ਟੈਂਪਰੇਚਰ ਹੋਵੇ, ਇੱਥੇ 30-32 ਡਿਗਰੀ, ਇੱਥੇ ਮਤਲਬ ਕਿ 10 ਉੱਪਰ ਹੀ ਹੁੰਦਾ। ਜੇ ਬਾਹਰ 30 ਹੈ ਤੇ ਅੰਦਰ 40 ਹੁੰਦਾ, ਇੰਨਾ ਟੈਂਪਰੇਚਰ ਦਾ ਫਰਕ ਆ। ਜਗਮੇਲ ਸਿੰਘ ਜੀ, ਤੁਹਾਡੇ ਕੋਲੇ ਹੌਟ ਹਾਊਸ ਕਿੰਨੇ ਕੁ ਹੈ? ਸਾਡੇ ਕੋਲ 15 ਹੌਟ ਹਾਊਸ ਨੇ ਜੀ। ਠੀਕ ਹੈ ਜੀ। ਤੇ ਜਿੱਦਾਂ ਸਾਰੇ ਇਕੱਠੇ ਹੀ ਲਾਉਣੇ ਹੋ?
ਨਹੀਂ ਜੀ ਨਹੀਂ, ਅਸੀਂ 6 ਇੱਕ ਵਾਰ ਲਾ ਲੈਂਦੇ ਹਾਂ, 5 ਇੱਕ ਵਾਰ ਤੇ 4 ਇੱਕ ਵਾਰ। ਇਹ ਕਿਉਂ ਮਤਲਬ ਇਕੱਠੇ ਕਿਉਂ ਨਹੀਂ ਲਾਉਂਦੇ? ਇਹ ਇਕੱਠੇ ਨਾ ਲਾਉਣ ਦਾ ਕਾਰਨ ਇਹ ਹੈ ਜੀ, ਜੇ ਅਸੀਂ ਲੇਬਰ ਹਾਇਰ ਕਰਦੇ ਹਾਂ ਤੇ ਉਹਦੇ 'ਚ ਫਿਰ ਸਾਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ। ਤੇ ਅਸੀਂ 2 ਪਾਰਟਨਰ ਹਾਂ, ਜਿੱਦਾਂ ਮੈਂ ਤੇ ਮੇਰਾ ਪਾਰਟਨਰ ਕਰੀ ਜਾਂਦੇ ਹਾਂ। ਜਦੋਂ ਸਾਨੂੰ ਲੱਗਦਾ ਆ ਵੀ ਕੰਮ ਗਰਮੀਆਂ 'ਚ ਜ਼ਿਆਦਾ ਹੁੰਦਾ ਤੇ ਫਿਰ ਅਸੀਂ ਬੰਦਾ ਹਾਇਰ ਕਰ ਲੈਂਦੇ ਹਾਂ। ਅੱਛਾ ਜੀ, ਤੇ ਪਾਰਟਨਰ ਕੌਣ ਹੈ ਤੁਹਾਡਾ? ਮੇਰਾ ਪਾਰਟਨਰ ਇਹ ਹੈ ਜਗਜੀਤ ਸਿੰਘ ਔਰ ਫਰੋਮੀ ਜੀ, ਇਹ ਲੱਗਾ ਹੋਇਆ ਨਾਲ। ਜਿਹੜੇ ਪਿੱਛੇ ਲੱਗੇ ਹੋਏ ਭਾਜੀ? ਭਾਜੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਬਲਗੂਰ ਕੇ ਕਦੋਂ ਤੋਂ ਰਹਿੰਦੇ ਹੋ? ਮੈਨੂੰ ਹੋ ਗਏ 10 ਸਾਲ ਜੀ। ਇੱਥੇ ਰਹਿੰਦਿਆਂ ਨੂੰ? ਹਾਂਜੀ। ਠੀਕ ਹੈ। ਤੇ ਤੁਸੀਂ ਜਿਵੇਂ ਕਿ ਜਗਮੀਤ ਸਿੰਘ ਦੇ ਨਾਲ ਇਹ ਕੰਮ ਕਰਦੇ ਹੋ ਹਾਂਜੀ। ਦੋਨੇ ਜਣੇ ਨਾ, ਹਾਂਜੀ। ਤੇ ਤੁਹਾਡੀ ਵਾਈਫ ਫਿਰ ਕੀ ਕਰਦੀ ਹੈ? ਉਹ ਵੀ ਨਾਲ ਹੀ ਕੰਮ ਕਰਾਉਂਦੀਆਂ ਜਾਂ ਉਹ ਕੁਝ ਹੋਰ ਕਰਦੀਆਂ? ਨਾ ਉਹ ਪਹਿਲਾਂ ਕਰਦੇ ਸੀਗੇ, ਹੁਣ 6 ਮਹੀਨੇ ਹੋ ਗਏ ਇਸ ਕਰਕੇ ਜੋਬ ਮਿਲ ਗਈ ਉਹਨੂੰ, ਉੱਥੇ ਕਰਦੇ ਜੀ। ਅੱਛਾ, ਹੁਣ ਏਜ ਕੇਅਰ ਦਾ ਕੰਮ ਕਰਦੇ? ਚਲੋ ਵਧੀਆ, ਚੰਗੀ ਗੱਲ ਹੈ। ਤੇ ਭਾਜੀ ਜਿਵੇਂ ਵਧੀਆ ਫਿਰ ਤੁਹਾਡਾ ਜਿਵੇਂ ਬਿਜ਼ਨਸ ਹੈ ਇਹ ਇੱਕ, ਤਾਂ ਵਧੀਆ ਫਾਇਦਾ ਹੋ ਰਿਹਾ ਤੁਹਾਨੂੰ ਇਹਦੇ ਤੋਂ? ਹਾਂਜੀ ਠੀਕ ਆ, ਬਾਹਰ ਕੰਮ ਕਰਨ ਨਾਲੋਂ ਜਿੱਦਾਂ ਵਧੀਆ ਆਪਣੇ ਕੰਮ ਜਿੱਦਾਂ ਜਿੱਥੇ ਮਰਜ਼ੀ ਬੰਦਾ ਜਾ ਸਕਦਾ, ਜਿੱਦਾਂ ਕੋਈ ਟੈਨਸ਼ਨ ਨਹੀਂ ਹੁੰਦੀ ਬੰਦੇ ਨੂੰ, ਹਾਂਜੀ ਹਾਂਜੀ ਕਿ ਛੁੱਟੀ ਵਗੈਰਾ ਕੋਈ ਬੰਦਾ ਕਰ ਸਕਦਾ ਜੀ। ਹਾਂਜੀ, ਤੇ ਆਮਦਨ ਵੀ ਜਿੱਦਾਂ ਵਧੀਆ ਹੁੰਦੀ ਹੈ? ਹਾਂਜੀ ਹਾਂਜੀ ਵਧੀਆ, ਬਾਹਰ ਨਾਲੋਂ ਠੀਕ ਹੈ ਜਿੱਦਾਂ। ਚਲੋ ਚੰਗੀ ਗੱਲ ਹੈ, ਬੈਸਟ ਆਫ ਲੱਕ ਤੁਹਾਨੂੰ। ਓਕੇ, ਥੈਂਕ ਯੂ ਜੀ। ਤੇ ਜਗਮੀਤ ਸਿੰਘ ਜੀ, ਤੁਸੀਂ ਮਾਰਕੀਟਿੰਗ ਕਿਵੇਂ ਕਰਦੇ ਹੋ ਖੀਰਿਆਂ ਦੀ ਫਿਰ? ਮਾਰਕੀਟਿੰਗ ਜੀ ਅਸੀਂ ਸਿਡਨੀ ਤੇ ਮੈਲਬਨ ਤੇ ਬ੍ਰਿਸਬੇਨ ਖੀਰੇ ਭੇਜਦੇ ਹਾਂ। ਹਾਂਜੀ। ਬਸ ਅਸੀਂ ਇੱਥੋਂ ਛੱਡਨੇ ਹੁੰਦੇ ਨੇ ਤੇ ਸਾਡੇ ਕੋਲ ਨੰਬਰ ਨੇ ਜਿੱਦਾਂ ਏਜੰਟਾਂ ਦੇ। ਅਸੀਂ 10 ਕਿਲੋ ਦੀ ਪੈਕਿੰਗ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਇੱਥੋਂ ਭੇਜ ਦਿੰਦੇ ਹਾਂ। ਇੱਥੇ 2 ਸਾਡੇ ਕੋਲ ਜਗ੍ਹਾ ਨੇ, ਛੱਡਦੇ ਹਾਂ ਨੋਰਕੋ ਤੇ ਓਸ ਗਰੁੱਪ ਆਪਣੇ ਪੰਜਾਬੀਆਂ ਦਾ ਬਣਾਇਆ ਹੋਇਆ ਹੈ, ਜਿਹਦੇ ਵਿੱਚ ਉਹ ਬਲੂਬੇਰੀ ਛੱਡਦੇ ਨੇ। ਉੱਥੋਂ ਫਿਰ ਲਿੰਡਸੀ ਕੰਪਨੀ ਹੈ, ਉਹ ਲੈ ਕੇ ਜਾਂਦੇ ਨੇ ਤੇ ਜਿਹੜੇ ਏਜੰਟ ਨੂੰ ਅਸੀਂ ਭੇਜਣਾ ਆ ਉਹਦਾ ਐਡਰੈਸ ਅਸੀਂ ਦੇ ਦਿੰਦੇ ਹਾਂ ਤੇ ਉੱਥੇ ਚੱਲ ਜਾਂਦੇ ਨੇ। ਉਹ ਅਗਲੇ ਦਿਨ ਸਾਨੂੰ ਫੋਨ ਕਰਕੇ ਦੱਸਦੇ ਨੇ ਤੁਹਾਡੇ ਇੰਨੇ ਦੇ ਵਿਕੇ ਨੇ। ਹੈਗਾ ਇੰਡੀਆ ਵਾਲਾ ਹਿਸਾਬ। ਇੱਥੋਂ ਅਸੀਂ ਸਾਨੂੰ ਹੁਣ ਇਸ ਟਾਈਮ ਜਿਹੜਾ ਰੇਟ ਆ ਖੀਰਿਆਂ ਦਾ, ਸਾਨੂੰ $22 ਮਿਲਦਾ 10 ਕਿਲੋ ਦਾ। ਠੀਕ ਹੈ ਜੀ। ਜਦ ਕਿ ਜੇ ਤੁਸੀਂ ਮਾਰਕੀਟ 'ਚ ਜਾਂਦੇ ਹੋ ਤਾਂ $6.5 ਤੋਂ $7 ਨੂੰ ਕਿਲੋ ਹੈ। ਮੀਨਸ ਉਸ ਹਿਸਾਬ ਨਾਲ $70 ਮਿਲਣੇ ਚਾਹੀਦੇ ਨੇ, ਜਦ ਕਿ ਉਹਦੇ ਵਿੱਚ ਉਹ ਇੱਥੋਂ ਦੀ ਟਰਾਂਸਪੋਰਟ ਅਸੀਂ ਦਿੰਦੇ ਆ, ਪਰ ਜਿਹੜੇ ਵੂਲਵਰਥ ਜਾਂ ਕੋਲਸ ਜਿਹੜੀ ਮਾਰਕੀਟ ਜਿਨ੍ਹਾਂ ਨੇ ਖਰੀਦਣੇ ਨੇ ਅੱਗੇ, ਉਹ ਆਪ ਦਾ ਖਰਚਾ ਦਿੰਦੇ ਨੇ, ਪਰ ਉਹ ਆਪਦੇ ਬੰਦਿਆਂ ਦੀ ਲੇਬਰ ਵੀ ਪਾਉਂਦੇ ਨੇ ਵਿੱਚ। ਆਪਦੇ ਜਿੰਨੇ ਖਰਚੇ ਨੇ ਜਿਹੜੇ ਸਟੋਰਾਂ ਦੇ, ਉਹ ਸਾਰੇ ਪਾ ਕੇ ਤੇ ਆਪਣਾ ਪ੍ਰੋਫਿਟ ਕੱਢ ਕੇ ਤੇ ਫਿਰ ਵੇਚਦੇ ਨੇ। ਜਦ ਕਿ ਸਾਨੂੰ ਉਹ ਸਾਡੇ ਹੀ ਕਿਰਾਇਆ ਹੁੰਦਾ ਤੇ ਸਾਰਾ ਕੁਝ ਹੁੰਦਾ। ਇੰਡੀਆ ਵਾਲਾ ਹਿਸਾਬ ਆ, ਇੱਥੇ ਵੀ ਕੋਈ ਖਾਸ ਕੋਈ ਇੰਨਾ ਫਰਕ ਨਹੀਂ। ਜ਼ਿਮੀਂਦਾਰ ਇੱਥੇ ਵੀ ਉਹੀ ਹਾਰਡ ਵਰਕ ਕਰਦਾ, ਪਰ ਉਨੀ ਉਹਨੂੰ ਮਿਲਦੀ ਮਿਹਨਤ ਜਿੰਨੀ ਮਿਲਣੀ ਚਾਹੀਦੀ ਹੈ। ਜਦ ਕਿ $22 ਦੇ ਹਿਸਾਬ ਨਾਲ ਸਾਨੂੰ $2 ਦੇ ਕਿਲੋ ਦੇ ਦਿੰਦੇ ਨੇ ਤੇ ਮਾਰਕੀਟ 'ਚ $6 ਕਿਲੋ ਨੂੰ ਵਿਕਦੇ ਨੇ। ਵੀ ਜਿਹੜਾ $4 ਦਾ ਪ੍ਰੋਫਿਟ ਆ, ਉਹਦੇ ਵਿੱਚ ਉਹ ਆਪਣੇ ਖਰਚੇ ਕੱਢ ਕੇ ਪ੍ਰੋਫਿਟ ਵੀ ਕੱਢਦੇ ਨੇ। ਜਦ ਕਿ ਸਾਡਾ ਤੁਸੀਂ ਦੇਖ ਸਕਦੇ ਹੋ, ਸਾਨੂੰ ਡੱਬੇ ਦਾ ਵੀ $1.5 ਪੈਂਦਾ ਆ। ਇੱਕ ਡੱਬਾ 10 ਕਿਲੋ ਦਾ $1.5 ਦਾ ਆ ਤੇ $1.5 ਸਾਨੂੰ ਭੇਜਣ ਦਾ ਲੱਗਦਾ ਆ। $3 ਇਹ ਕੱਢ ਦੋ 22 ਚੋਂ, 22 ਹੋਣੇ ਆ ਰੇਟ। ਉੱਦਾਂ ਨੋਰਮਲੀ ਗਰਮੀਆਂ 'ਚ $10 ਨੂੰ ਕਿਲੋ, 10 ਕਿਲੋ, ਜਦ ਉਹ ਕਿਲੋ ਦੀ ਵੀ ਐਵਰੇਜ $1 ਨੂੰ ਪੈਂਦੀ ਹੈ। ਪਰ ਮਾਰਕੀਟ 'ਚ $5 $6 $4 ਤੋਂ ਥੱਲੇ ਕੀਤੇ ਵੀ ਖੀਰਾ ਹੁੰਦਾ ਨਹੀਂ। ਹਾਂਜੀ, ਜਿਵੇਂ ਅਸੀਂ ਹੁਣ ਬ੍ਰਿਸਬੇਨ 'ਚ ਖੀਰੇ ਖਰੀਦਦੇ ਹਾਂ ਤਾਂ ਬਹੁਤ ਮਹਿੰਗੇ ਮਿਲਦੇ ਆ ਸਾਨੂੰ। ਹਾਂਜੀ, ਸਾਡੇ ਕੋਲੇ ਹੁਣ ਸਾਨੂੰ ਤਾਂ ਇੱਥੇ ਜਿੱਦਾਂ ਗਰਮੀਆਂ 'ਚ ਤਾਂ $7 ਤੱਕ ਵੀ ਚੱਲ ਜਾਂਦਾ ਆ। ਜਦ ਕਿ ਸਾਨੂੰ ਜੇ ਖਰਚਾ ਕੱਢੋ, ਕਿਰਾਇਆ ਕੱਢੋ ਤੇ ਡੱਬੇ ਦਾ ਖਰਚਾ ਕੱਢ ਕੇ, ਤੇ ਸਾਨੂੰ ਆਪਣਾ ਦਿਹਾੜੀ ਵੀ ਨਹੀਂ ਪੈਂਦੀ। ਇੱਦਾਂ ਵੀ ਹੋ ਜਾਂਦਾ ਗਰਮੀਆਂ 'ਚ। ਹਾਂਜੀ, ਯਾਰ ਦੇਖੋ ਤੁਹਾਨੂੰ ਦੱਸਦੇ ਹਾਂ ਕਿੱਦਾਂ ਪੈਕ ਕਰਦੇ ਹਾਂ। ਹਾਂਜੀ। ਜਿਵੇਂ ਆਪਾਂ ਕਹਿੰਦੇ ਵੀ ਪੈਸੇ ਤਾਂ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕਮਾਈ ਜਾਂਦਾ, ਚਾਹੇ ਉਹ ਖੇਤੀ ਕਰਕੇ ਕਮਾਵੇ, ਚਾਹੇ ਬਿਜ਼ਨਸ ਕਰਕੇ, ਤੇ ਚਾਹੇ ਨੌਕਰੀ ਕਰਕੇ। ਪਰ ਜਿਹਦਾ ਬਾਹਰਲੇ ਦੇਸ਼ਾਂ ਦੇ ਵਿੱਚ ਸਭ ਤੋਂ ਔਖਾ ਹੁੰਦਾ ਆਪਣੇ ਸ਼ੌਕ ਪਗਾਉਣੇ। ਤੇ ਜਿਵੇਂ ਆਪਾਂ ਹੁਣ ਦੇਖਿਆ ਕਿ ਜਗਮੀਤ ਤੇ ਰੋਮੀ ਭਾਜੀ ਇੱਥੇ ਖੀਰਿਆਂ ਦੀ ਖੇਤੀ ਕਰਦੇ ਆ ਤੇ ਨਾਲ ਨਾਲ ਆਪਣੇ ਕੁਝ ਸ਼ੌਕ ਵੀ ਪੂਰੇ ਕਰ ਰਹੇ ਆ। ਆਜੋ ਫਿਰ ਤੁਹਾਨੂੰ ਦਿਖਾਉਣੇ ਆ ਕਿ ਉਹਨਾਂ ਦੇ ਸ਼ੌਕ ਕੀ ਹੈ। ਭਾਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਇਹ ਸ਼ੌਕ ਕਿਵੇਂ ਪਿਆ ਕਬੂਤਰਾਂ ਦਾ? ਇਹ ਸ਼ੌਕ ਮੈਨੂੰ ਪਹਿਲਾਂ ਇੰਡੀਆ ਤੋਂ ਸੀਗਾ। ਹਾਂਜੀ। ਉੱਥੇ ਰੱਖੇ ਸੀ ਇੰਡੀਆ 'ਚ, ਜਦੋਂ ਮੈਂ ਬਾਹਰ ਆ ਗਿਆ ਫਿਰ ਇੱਥੇ ਆ ਕੇ ਰੱਖ ਲਏ ਮੈਂ ਜਿੱਦਾਂ। ਠੀਕ ਹੈ ਜੀ। ਫਿਰ ਉਹ ਸ਼ੌਕ ਬੰਦਾ ਭੁੱਲ ਨਹੀਂ ਸਕਦਾ ਨਾ। ਤੇ ਇੱਥੇ ਆ ਕੇ ਮੈਨੂੰ ਹੋ ਗਏ ਘੱਟੋ ਘੱਟ 8 ਸਾਲ ਹੋ ਗਏ ਕਬੂਤਰ ਰੱਖਿਆ ਸੀ ਮੈਨੂੰ। ਅੱਛਾ। ਹਾਂਜੀ, ਇਹ ਜੀ ਇਹ ਲੱਕੇ ਕਬੂਤਰ ਜਿੱਦਾਂ ਆਪਾਂ ਇੰਡੀਆ ਵਿੱਚ ਰੱਖਦੇ ਪੰਜਾਬ ਦੇ ਵਿੱਚ,
ਇਹ ਪਿਓਰ ਲੱਕੇ ਕਬੂਤਰ ਆ ਸਿਰ ਤੇ ਬੋਦੀ ਹੁੰਦੀ ਇੰਡੀਆ ਦੇ ਵਿੱਚ ਇਹਦੇ ਤੇ ਉਹ ਇੱਥੇ ਬਰੀਡ ਕਿਸੇ ਤਰੀਕੇ ਲੈ ਕੇ ਆਉਂਦੇ ਕਿਸੇ ਨੇ ਤੇ ਆ ਬਾਕੀ ਤੁਸੀਂ ਦੇਖ ਰਹੇ ਹੋ ਝਾਂਜਰਾਂ ਜਿਹੜੀਆਂ ਆ ਝਾਂਜਰਾਂ ਪਾਈਆਂ ਪੈਰ ਦੇ ਵਿੱਚ ਇਹ ਇੰਡੀਆ ਤੋਂ ਮੰਗਾਈਆਂ ਸੀ, ਇੱਥੋਂ ਨਹੀਂ ਮਿਲਦੀਆਂ। ਇਹ ਇੰਡੀਆ ਸਾਰੇ ਕਬੂਤਰਾਂ ਦੇ ਪਾਈਆਂ ਹੁੰਦੀਆਂ ਸੀ, ਮੈਂ ਇਸ ਕਰਕੇ ਵਧੀਆ ਲੱਗਦੀਆਂ ਸੀ ਤੇ ਮੇਰੇ ਘਰਦਿਆਂ ਨੇ ਮੈਨੂੰ ਭੇਜਤੀਆਂ ਇੱਥੇ ਪਾਰਸਲ ਦੇ ਵਿੱਚ। ਜਿਵੇਂ ਤੁਸੀਂ ਝਾਂਜਰਾਂ ਦੀ ਗੱਲ ਕੀਤੀ ਆ ਤੇ ਮੈਨੂੰ ਪਤਾ ਹੈ ਕਿਉਂਕਿ ਮੇਰੇ ਭਰਾ ਨੇ ਵੀ ਵੱਡੇ ਨੇ ਕਬੂਤਰ ਰੱਖੇ ਹੋਏ ਆ ਤੇ ਉਹ ਤਾਂ ਝਾਂਜਰਾਂ ਪਾਉਂਦੇ ਹੁੰਦੇ ਆ ਵੀ ਜਦੋਂ ਉਹ ਬਾਜੀ ਲਈ ਜਾਂਦੇ ਆ ਕਬੂਤਰ ਤਾਂ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਇਹ ਸਾਡਾ ਕਬੂਤਰ ਆ ਨਾ। ਹਾਂਜੀ ਹਾਂਜੀ। ਤੇ ਇਹ ਫਿਰ ਤੁਸੀਂ ਝਾਂਜਰਾਂ ਕਾਹਤੋਂ ਪਾਈਆਂ ਇਹਨਾਂ ਦੇ? ਉਹ ਝਾਂਜਰਾਂ ਡਿਫਰੈਂਟ ਹੁੰਦੀਆਂ ਜਿੱਦਾਂ ਉੱਤੇ ਇਹ ਡਿਫਰੈਂਟ ਹੁੰਦੀਆਂ ਜਿੱਦਾਂ ਇਹ ਛਣਕਣ ਵਾਲੀਆਂ ਹੁੰਦੀਆਂ ਉਹ ਸਿਰਫ ਐਡਰੈਸ ਵਾਸਤੇ ਹੁੰਦੀ ਆ, ਪੈਰਾਂ 'ਤੇ ਐਡਰੈਸ ਪਾਇਆ ਹੁੰਦਾ ਕਿ ਕਬੂਤਰ ਕਿੱਥੋਂ ਦਾ ਜਾਂ ਜਨਮ ਕਦੋਂ ਹੋ ਜਾਂਦਾ ਉਹ ਪਾਇਆ ਹੁੰਦਾ, ਬਸ ਉੱਦਾਂ ਨਹੀਂ ਹੁੰਦਾ। ਉਹ ਕਿਤੇ ਗਵਾਚ ਜੇ ਬੰਦੇ ਨੂੰ ਵਾਪਸ ਭੇਜ ਦਿੰਦਾ, ਕੋਈ ਬੰਦਾ ਫੜ ਲੈਂਦਾ ਉੱਥੇ ਫੋਨ ਨੰਬਰ ਲਿਖਿਆ ਹੁੰਦਾ, ਉਹ ਝਾਂਜਰ ਉਹ ਹੁੰਦੀਆਂ। ਤੇ ਤੁਸੀਂ ਇਹਨਾਂ ਨੂੰ ਫਿਰ ਬਾਜੀਆਂ ਬੂਜੀਆਂ ਤੇ ਭੇਜਦੇ ਹੋ ਕਿ ਨਹੀਂ? ਨਾ ਬਾਜੀਆਂ ਤੇ ਟਾਈਮ ਹੀ ਨਹੀਂ ਲੱਗਦਾ ਇੱਥੇ ਜੀ, ਬਸ ਕੰਮਕਾਰ ਕਰੀਦਾ, ਸ਼ੌਂਕ ਪੂਰਾ ਕਰਦੇ ਜਿੱਦਾਂ ਇੰਡੀਆ ਵੀ ਰੱਖੇ ਸੀ ਇੱਥੇ ਰੱਖ ਲਏ, ਬਸ ਇੱਦਾਂ ਬਹੁਤਾ ਨਹੀਂ ਇੱਦਾਂ ਬਾਜੀਆਂ ਵਾਸਤੇ ਟਾਈਮ ਨਹੀਂ ਹੈਗਾ ਜੀ। ਹਾਂਜੀ, ਜਿਵੇਂ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਮੁਰਗੀਆਂ ਵੀ ਰੱਖੀਆਂ ਹੋਈਆਂ ਉਹਨਾਂ ਨੇ ਰੰਗ ਬਰੰਗੀਆਂ ਤੇ ਵਧੀਆ ਚੋਗਾ ਪਾ ਰਹੇ ਆ। ਮੈਨੂੰ ਲੱਗਦਾ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਆਪਣੇ ਮਾਈਂਡ ਨੂੰ ਫਰੈਸ਼ ਰੱਖਣ ਦਾ, ਵੀ ਜਦੋਂ ਆਪਾਂ ਕੰਮਕਾਰ ਤੋਂ ਹਾਰਡ ਵਰਕ ਤੋਂ ਥੋੜੇ ਜਿਹੇ ਫਰਸਟ੍ਰੇਟ ਹੋ ਜਾਂਦੇ ਆ ਨਾ ਤੇ ਫਿਰ ਵਧੀਆ ਇਹਨਾਂ 'ਚ ਆ ਕੇ ਵਿਚਰੋ, ਜਿਵੇਂ ਆਪਣਾ ਸ਼ੌਕ ਵੀ ਪੂਰਾ ਹੋ ਰਿਹਾ ਨਾਲ ਜਿਹੜਾ ਮਾਈਂਡ ਆ ਉਹ ਵੀ ਡਾਇਵਰਟ ਹੋ ਜਾਂਦਾ, ਫਰੈਸ਼ ਵੀ ਹੋ ਜਾਂਦਾ ਤੇ ਫਿਰ ਘਰੇ ਜਾ ਕੇ ਫਿਰ ਆਪਣੇ ਕੰਮ ਧੰਦੇ ਜਿਹੜੇ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਹਾਂ ਵੀ ਦੋਸਤੋ, ਹੁਣ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੀ ਵਾਰ ਫਿਰ ਨਵੀਂ ਫੈਮਿਲੀ ਦੇ ਨਾਲ।